ਗੁਰਬਾਣੀ ਵਿੱਚ ਬਹੁਤ ਸ਼ਬਦ ਇੱਦਾਂ ਦੇ ਹੈ ਜਿਹੜੇ ਉਹਨਾਂ ਵੇਲਿਆਂ ਦੇ ਪ੍ਰਚਲਿਤ ਸ਼ਬਦ ਵਰਤੇ ਗਏ ਹੈ। ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਵੀ ਬਹੁਤ ਸ਼ਬਦ ਆਉਂਦੇ ਹੈ, ਨਾਮਦੇਵ ਜੀ ਦੀ ਬਾਣੀ ਵਿੱਚ ਵੀ ਬੜੇ ਸ਼ਬਦ ਆਉਂਦੇ ਇੱਦਾਂ ਦੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵੀ ਬੜੇ ਇੱਦਾਂ ਦੇ ਸ਼ਬਦ ਆਉਂਦੇ ਹੈ। ਜਿਹੜੀ ਗੱਲ ਸਾਨੂੰ ਸਾਡੇ ਇਹਨਾਂ 35 ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਸਾਨੂੰ ਸਮਝਾਈ ਹੈ, ਉਹ ਬੋਲੀ, ਉਹ ਭਾਸ਼ਾ, ਉਹ ਲਿਪੀ ਉਹਨਾਂ ਵੇਲਿਆਂ ਦੀ ਹੀ ਵਰਤੀ ਗਈ ਹੈ। ਸ਼ਬਦ ਗੁਰੂ ਨਾਨਕ ਸਾਹਿਬ ਨੇ ਜੰਮ ਵਰਤਿਆ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਜੰਮ ਸ਼ਬਦ ਵਰਤਦੇ ਸੀ ਲੋਕ, ਪਰ ਉਹਨਾਂ ਲੋਕਾਂ ਦਾ ਜੰਮ ਹੋਰ ਹੈ। ਇਸਲਾਮ ਧਰਮ ਦੇ ਵਿੱਚ ਜੰਮ ਦਾ ਰੂਪ ਹੋਰ ਪੇਸ਼ ਕੀਤਾ ਗਿਆ, ਹਿੰਦੂ ਵਿੱਚ ਜੰਮ ਦਾ ਰੂਪ ਹੋਰ ਪੇਸ਼ ਕੀਤਾ ਗਿਆ। ਹੁਣ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਾਂ ਬਾਬਾ ਕਬੀਰ ਸਾਹਿਬ ਜੀ ਨੇ ਜੰਮ ਸ਼ਬਦ ਉਹਨਾਂ ਵੇਲਿਆਂ ਵਿੱਚ ਇਹ ਪ੍ਰਚਲਿਤ ਸ਼ਬਦ ਹੈ, ਜੰਮ, ਸਵਰਗ, ਨਰਕ, ਕਿੰਨੇ ਸ਼ਬਦ ਨੇ, ਭੂਤ ਪ੍ਰੇਤ, ਇਹ ਸ਼ਬਦ ਪ੍ਰਚਲਿਤ ਨੇ ਤੇ ਪ੍ਰਚਲਿਤ ਸ਼ਬਦਾਂ ਨੂੰ ਵਰਤਿਆ ਗਿਆ। ਪਰ ਜਦੋਂ ਆਪਾਂ ਇਹਨਾਂ ਦੇ ਮਨੋਰਥ ਵੱਲ ਵੇਖਦੇ ਹਾਂ, ਜਦੋਂ ਆਪਾਂ, ਤੇ ਉਸ ਵੇਲੇ ਪਤਾ ਲੱਗਦਾ ਵੀ ਇਹਨਾਂ ਦਾ ਟੀਚਾ ਕੀ ਹੈ, ਇਹਨਾਂ ਦਾ ਏਮ ਕੀ ਹੈ, ਇਹਨਾਂ 35 ਦਾ ਇਹਨਾਂ ਦਾ ਮਨੋਰਥ ਕੀ ਸੀ। ਉਹ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਵੇਖਣਾ ਪੈਣਾ ਵੀ ਇਹ ਜੰਮ ਕਿਹਨੂੰ ਕਹਿੰਦੇ ਆ। ਜਿਵੇਂ ਆਪਾਂ ਹੋਰ ਸੌਖੇ ਤਰੀਕੇ ਨਾਲ ਗੱਲ ਕਰੀਏ ਨਾ, ਗੱਲ ਸਮਝ ਵਿੱਚ ਆਊ। ਜਿਵੇਂ ਵੇਖੋ ਵੀ ਆਪਣਾ ਪਰਮੇਸ਼ਰ ਦਰਬਾਰ ਸਾਹਿਬ ਦਾ ਇੱਕ ਟੀਚਾ ਹੈ, ਇੱਕ ਮਨੋਰਥ ਹੈ, ਜਿਹੜਾ ਕਿ ਆਪਾਂ ਆਪਣੀ ਸਟੇਟਮੈਂਟ ਵਿੱਚ ਬੋਲਦੇ ਹਾਂ ਕਿ ਭਾਈ ਅਸੀਂ ਆਹ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਇੱਥੇ ਲੈ ਕੇ ਜਾਣਾ ਚਾਹੁੰਦੇ ਹਾਂ, ਸਾਡੀ ਆਹ ਸੋਚ ਹੈ, ਸਾਡੀ ਸੋਚ ਐਂ ਕੰਮ ਕਰਦੀ ਹੈ। ਸਾਡੀ ਜੇ ਪੂਰੀ ਪਿਕਚਰ ਵੇਖਣੀ ਹੈ ਸਟੇਟਮੈਂਟ, ਹਾਲਾਂਕਿ ਬਹੁਤ ਬੰਦੇ ਇਸ ਸਟੇਟਮੈਂਟ ਨੂੰ ਵਧਾ ਚੜ੍ਹਾ ਕੇ ਵੀ ਪੇਸ਼ ਕਰਦੇ ਆ, ਫੇਸਬੁੱਕ 'ਤੇ ਪਾਉਂਦੇ ਵੀ ਆ ਵਧਾ ਚੜ੍ਹਾ ਕੇ, ਆਪਣੇ ਕੋਲੋਂ ਹੋਰ ਸ਼ਬਦ ਵਿੱਚ ਐਡ ਕਰ ਦਿੰਦੇ ਆ, ਪਰ ਜੋ ਅਸਲ ਆ ਉਹ ਤਾਂ ਸਾਡੇ ਕੋਲ ਤੇ ਸਾਨੂੰ ਪਤਾ। ਹੁਣ ਇਸ ਟੀਚੇ ਨੂੰ ਪੂਰਾ ਕਰਨ ਵਾਸਤੇ, ਆਪਣੀ ਗੱਲ ਕਹਿਣ ਵਾਸਤੇ ਅਸੀਂ ਕਿੰਨੇ ਸਾਜ਼ ਵਰਤਦੇ ਹਾਂ। ਧਾਰਨਾ ਵੀ ਪੜ੍ਹੀ ਦੀਆਂ, ਹਾਲਾਂਕਿ ਬਹੁਤੇ ਲੋਕ ਉਹ ਹੈ ਜਿਹੜੇ ਧਾਰਨਾ ਦਾ ਵਿਰੋਧ ਕਰਦੇ ਵੀ ਕੱਚੀ ਬਾਣੀ ਹੈ, ਪਰ ਵਿਰੋਧ ਉਹ ਕਰਦੇ ਜਿਨ੍ਹਾਂ ਨੇ ਪੂਰੀ ਪਿਕਚਰ ਨਹੀਂ ਵੇਖੀ, ਜਿਨ੍ਹਾਂ ਨੇ ਏਮ ਨਹੀਂ ਵੇਖਿਆ, ਸਾਡਾ ਟੀਚਾ ਨਹੀਂ ਵੇਖਿਆ, ਸਾਡਾ ਮਨੋਰਥ ਨਹੀਂ ਵੇਖਿਆ ਵੀ ਅਸੀਂ ਲੈ ਕੇ ਕਿੱਥੇ ਜਾਣਾ ਚਾਹੁੰਦੇ ਹਾਂ, ਅਸੀਂ ਕੀ ਗੱਲ ਕਰਨੀ ਚਾਹੁੰਦੇ ਹਾਂ। ਅਸੀਂ ਕਵਿਤਾਵਾਂ ਵੀ ਪੜ੍ਹਦੇ ਹਾਂ, ਠੀਕ ਹੈ। ਹੁਣ ਇਸੇ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਇਹ ਸ਼ਬਦ ਉਹਨਾਂ ਵੇਲਿਆਂ ਦੇ ਪ੍ਰਚਲਿਤ ਸ਼ਬਦ ਵਰਤੇ ਹੈ, ਭਿਸ਼ਟ ਸ਼ਬਦ ਵਰਤਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਭਿਸ਼ਟ, ਨਜ਼ੀਕ, ਰਾਗ, ਰਹਿਮਾਨਾ, ਇਹ ਸ਼ਬਦ ਵਰਤੇ ਗੁਰੂ ਗ੍ਰੰਥ ਸਾਹਿਬ ਵਿੱਚ। ਪਰ ਕਈ ਵਾਰੀ ਕੀ ਹੁੰਦਾ ਹੈ, ਹੁਣ ਜਿਵੇਂ ਇਹਦੇ ਵਿੱਚ ਸ਼ਬਦ ਆਇਆ ਪੂਜਣਾ ਹੋਵੇ ਵੀ ਪੂਜਾ, ਤੇ ਕਈ ਫਿਰ ਵੀ ਲੈ ਜੀ ਉਹਨਾਂ ਵੇਲਿਆਂ ਵਿੱਚ ਤੇ ਪੂਜਾ ਐ ਹੁੰਦੀ ਸੀ, ਇਹਨੂੰ ਪੂਜਾ ਕਹਿੰਦੇ ਸੀ। ਪਰ ਨਹੀਂ, ਇਹਨਾਂ ਗੁਰੂ ਨਾਨਕ ਸਾਹਿਬ ਜੀ ਦੇ ਮਨੋਰਥ ਵੱਲ ਵੇਖ ਕੇ ਐਂ ਲੱਗਦਾ ਵੀ ਇਹ ਉਸ ਪੂਜਾ ਦੀ ਗੱਲ ਨਹੀਂ ਕਰਦੇ, ਗੁਰੂ ਨਾਨਕ ਸਾਹਿਬ ਦੀ ਪੂਜਾ ਹੋਰ ਹੈ। ਗੁਰੂ ਨਾਨਕ ਸਾਹਿਬ ਪੂਜਾ ਹੋਰ ਚੀਜ਼ ਨੂੰ ਮੰਨਦੇ ਹੈ। ਜਿਵੇਂ ਵੇਖੋ ਨਾ, ਹੁਣ ਆਪਾਂ ਪੰਜਾਬੀ ਹਾਂ, ਸਾਰੇ ਪੰਜਾਬ ਵਿੱਚ ਰਹਿਣ ਵਾਲੇ ਆਪਾਂ ਪੰਜਾਬੀ ਹਾਂ ਨਾ। ਹੁਣ ਪੰਜਾਬੀਆਂ ਦਾ ਖਾਣਾ ਹੋਰ ਹੈ, ਪਾਣਾ ਹੋਰ ਹੈ। ਹਿਮਾਚਲ ਵਿੱਚ ਰਹਿਣ ਵਾਲੇ ਲੋਕਾਂ ਦਾ ਖਾਣਾ ਪਾਣਾ ਸਾਡੇ ਨਾਲੋਂ ਅਲੱਗ ਹੈ।
ਹਰਿਆਣੇ 'ਚ ਰਹਿਣ ਵਾਲੇ ਲੋਕਾਂ ਦਾ, ਜਿਹੜੇ ਹਰਿਆਣਵੀ ਹੈ, ਜਿਹੜੇ ਬਾਂਗਰ ਦੇ ਇਲਾਕੇ ਵਿੱਚ ਜਿਨ੍ਹਾਂ ਨੂੰ ਬਾਂਗਰੂ ਕਹਿੰਦੇ ਹੈ, ਉਹਨਾਂ ਦਾ ਸਾਡੇ ਨਾਲੋਂ, ਪੰਜਾਬੀਆਂ ਨਾਲੋਂ ਖਾਣਾ ਪਾਣਾ ਹੋਰ ਹੈ। ਜਿਹੜੇ ਇੱਧਰ ਸਾਊਥ ਵਿੱਚ ਰਹਿੰਦੇ ਹੈ, ਕੇਰਲ ਦੇ ਏਰੀਏ ਵਿੱਚ, ਬੰਗਲੌਰ ਦੇ ਏਰੀਏ ਵਿੱਚ ਜਿਹੜੇ ਰਹਿੰਦੇ ਹੈ, ਜਿਨ੍ਹਾਂ ਨੂੰ ਸਾਊਥ ਏਰੀਏ, ਜਿਹਨਾਂ ਦੱਖਣੀ ਲੋਕ ਵੀ ਕਹਿੰਦੇ ਹੈ, ਉਹਨਾਂ ਦਾ ਖਾਣਾ ਪਾਣਾ ਸਾਡੇ ਨਾਲੋਂ ਅਲੱਗ ਹੈ। ਕਸ਼ਮੀਰ ਵਾਲਿਆਂ ਦਾ ਸਾਡੇ ਨਾਲੋਂ ਖਾਣਾ ਪਾਣਾ ਅਲੱਗ ਹੈ। ਹੁਣ ਸਾਡਾ ਪੰਜਾਬੀਆਂ ਦਾ ਪਹਿਰਾਵਾ ਹੋਰ ਹੈ, ਹਰਿਆਣਵੀਆਂ ਦਾ ਹੋਰ ਹੈ, ਹਿਮਾਚਲੀਆਂ ਦਾ ਹੋਰ ਹੈ, ਕਸ਼ਮੀਰੀਆਂ ਦਾ ਹੋਰ ਹੈ, ਦੱਖਣੀਆਂ ਦਾ ਹੋਰ ਹੈ। ਪਰ ਸਮਝਿਓ ਮੇਰੀ ਇਸ ਬੇਨਤੀ ਨੂੰ, ਇਸ ਪਹਿਰਾਵੇ ਲਈ ਆਪਾਂ ਇੱਕ ਸ਼ਬਦ ਵਰਤਦੇ ਹਾਂ ਇੰਗਲਿਸ਼ ਦਾ, ਵੀ ਡਰੈਸ। ਆ ਜਿਹੜੇ ਮੇਰੇ ਚੋਲਾ ਪਾਇਆ ਹੋਇਆ ਹੈ, ਇਹਨੂੰ ਕੀ ਕਹਿੰਦੇ ਹੈ? ਜੇ ਇੱਕ ਸਾਂਝਾ ਜਿਹਾ ਸ਼ਬਦ ਵਰਤਣਾ ਹੋਵੇ, ਵੀ ਡਰੈਸ। ਹੁਣ ਸਾਡੇ ਪੰਜਾਬੀਆਂ ਦੇ ਵਿੱਚ, ਹੁਣ ਜਿਹੜੇ ਮੇਰੀ ਡਰੈਸ ਪਾਈ ਹੋਈ ਹੈ, ਮੇਰੇ ਚੋਲਾ ਪਾਇਆ, ਕਿਸੇ ਦੇ ਕੁੜਤਾ ਪਜਾਮਾ ਪਾਇਆ, ਉਹਦੀ ਵੀ ਡਰੈਸ ਹੈ। ਕੋਈ ਪੈਂਟ ਸ਼ਰਟ ਪਾਉਂਦਾ, ਉਹਦੀ ਵੀ ਉਹ ਡਰੈਸ ਹੈ। ਹੁਣ ਇਸੇ ਤਰ੍ਹਾਂ ਸਤਿਗੁਰੂ ਸਾਹਿਬਾਨਾਂ ਨੇ, ਸਾਡਿਆਂ ਨੇ ਇਹ ਨਰਕ ਸ਼ਬਦ, ਸਵਰਗ ਸ਼ਬਦ, ਪੂਜਾ ਸ਼ਬਦ ਵਰਤੇ ਹੈ। ਪਰ ਜਿਵੇਂ ਸਾਡੀ ਡਰੈਸ ਹੋਰ ਹੈ, ਹਰਿਆਣਵੀਆਂ ਦੀ ਡਰੈਸ ਹੋਰ ਹੈ। ਸ਼ਬਦ ਇੱਕੋ ਹੀ ਹੈ, ਡਰੈਸ ਸ਼ਬਦ ਇੱਕੋ ਹੀ ਹੈ, ਫੂਡ, ਭੋਜਨ, ਪਰ ਸਾਡਾ ਹੋਰ ਹੈ, ਹਿਮਾਚਲੀਆਂ ਦਾ, ਕਸ਼ਮੀਰੀਆਂ ਦਾ ਹੋਰ ਹੈ। ਇਸੇ ਤਰ੍ਹਾਂ ਸ਼ਬਦ ਇੱਕੋ ਹੀ ਹੈ, ਕਿਉਂਕਿ ਉਹਨਾਂ ਵੇਲਿਆਂ ਦੇ ਪ੍ਰਚਲਿਤ ਸ਼ਬਦ ਹੈ, ਵਰਤਨੇ ਪਏ ਹੈ। ਬਾਬਾ ਕਬੀਰ ਸਾਹਿਬ ਜੀ ਨੇ ਨਰਕ ਸ਼ਬਦ ਵਰਤੇ ਹੈ, ਪਰ ਬਾਬਾ ਕਬੀਰ ਸਾਹਿਬ ਜੀ ਨਰਕ ਹੋਰ ਕਿਸੇ ਚੀਜ਼ ਨੂੰ ਮੰਨਦੇ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਭਿਸ਼ਟ ਸ਼ਬਦ ਵਰਤੇ ਹੈ, ਪਰ ਜਿਵੇਂ ਉਹ ਮੰਨਦੇ, ਇਹਦਾ ਮਤਲਬ ਥੋੜ੍ਹੀ ਵੀ ਉਹੀ ਮੰਨ ਲੈਣਗੇ ਪੰਚਮ ਪਾਤਸ਼ਾਹ। ਉਹਨਾਂ ਲਈ ਭਿਸ਼ਟ ਕੀ ਹੈ? ਵੀ ਇੱਦਾਂ ਹੂਰਾਂ ਮਿਲਦੀਆਂ, ਦੁੱਧ ਦੀਆਂ ਨਦੀਆਂ ਵਹਿੰਦੀਆਂ, ਐਸ਼ੋ ਇਸ਼ਰਤ ਹੈ, ਰੰਗ ਰਲੀਆਂ ਮਾਣਦਾ ਬੰਦਾ, ਵੀ ਇਹ ਭਿਸ਼ਟ ਹੈ। ਭਿਸ਼ਟ ਸ਼ਬਦ ਵਰਤ ਲਿਆ ਇਸਲਾਮ ਮਜ਼ਹਬ ਦਾ, ਪਰ ਪੰਚਮ ਪਾਤਸ਼ਾਹ ਦਾ ਭਿਸ਼ਟ ਤੇ ਕੋਈ ਹੋਰ ਹੈ ਨਾ। ਉਹਨਾਂ ਲਈ ਭਿਸ਼ਟ ਕੀ ਹੈ? ਭਿਸ਼ਟ ਨਜ਼ੀਕ ਰਾਗ ਰਹਿਮਾਨਾ, ਸੱਚ ਨਾਲ ਜੁੜਨਾ ਹੀ ਭਿਸ਼ਟ ਵਿੱਚ ਰਹਿਣਾ ਹੁੰਦਾ ਹੈ। ਸੱਚ ਨਾਲ ਜੁੜ ਕੇ ਆਨੰਦ ਦੀ ਜ਼ਿੰਦਗੀ ਜਿਉਣਾ ਹੀ ਭਿਸ਼ਟ ਵਿੱਚ ਰਹਿਣਾ। ਤੁਸੀਂ ਹੂਰਾਂ ਨਾਲ ਆਨੰਦ ਭਾਲਦੇ ਹੋ, ਦੁੱਧ ਦੀਆਂ ਨਦੀਆਂ ਵਿੱਚ ਆਨੰਦ ਭਾਲਦੇ ਹੋ, ਤੇ ਇੱਥੇ ਸਤਿਗੁਰੂ ਕਹਿੰਦੇ ਸੱਚ ਨਾਲ ਜੁੜ ਕੇ ਆਨੰਦ ਵਿੱਚ ਰਹਿਣਾ। ਦੋਗਲੇ ਨਹੀਂ, ਦੋ ਚਿਹਰੇ ਨੇ, ਇੱਕੋ ਹੀ ਚਿਹਰਾ, ਸੱਚ ਨਾਲ ਜੁੜ ਕੇ ਆਨੰਦ ਵਿੱਚ ਰਹਿਣਾ। ਕਹਿੰਦੇ ਮੇਰੇ ਲਈ ਇਹੀ ਭਿਸ਼ਟ ਹੈ। ਹੁਣ ਸ਼ਬਦ ਭਿਸ਼ਟ ਵਰਤਿਆ, ਪਰ ਪੰਚਮ ਪਾਤਸ਼ਾਹ ਦਾ ਭਿਸ਼ਟ ਕੋਈ ਹੋਰ ਹੈ। ਇਸੇ ਤਰ੍ਹਾਂ ਸ਼ਬਦ ਵਰਤਿਆ ਪੂਜਾ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੇ। ਹੁਣ ਜਦੋਂ ਆਪਾਂ ਐ ਸੁਣਦੇ ਵੀ ਸਾਡੇ ਦਿਮਾਗ ਵਿੱਚ ਐ ਹੁੰਦਾ ਵੀ ਲੈ ਲਿਖਿਆ ਤੇ ਹੈ ਵੀ ਗੁਰੂ ਦੀ ਪੂਜਾ ਕਰਨੀ ਹੈ, ਵੀ ਜਿਵੇਂ ਮੰਦਰਾਂ ਵਿੱਚ ਟੱਲ ਖੜਕਦੇ ਆ, ਜਿਵੇਂ ਉੱਥੇ ਆਰਤੀਆਂ ਹੁੰਦੀਆਂ, ਜਿਵੇਂ ਉਹ ਪੂਜਾ ਕਰਦੇ ਉਵੇਂ ਹੀ ਕਰਨੀ ਅਸੀਂ ਪੂਜਾ। ਨਹੀਂ, ਸਾਡੇ ਗੁਰੂ ਰਾਮਦਾਸ ਦੀ ਪੂਜਾ ਹੋਰ ਤਰੀਕੇ ਨਾਲ ਹੈ। ਜਿਵੇਂ ਮੈਂ ਫਿਰ ਬੇਨਤੀ ਕਰਦਾ, ਆਪਾਂ ਸਟੇਟਮੈਂਟ ਵਿੱਚ ਪੜ੍ਹਿਆ ਸੀ, ਰੱਬ ਨੂੰ ਸਮਝਣਾ ਹੀ ਰੱਬ ਦੀ ਪੂਜਾ ਕਰਨਾ ਹੈ। ਬਸ ਇਸੇ ਤਰ੍ਹਾਂ ਗੁਰੂ ਨੂੰ ਸਮਝਣਾ ਹੀ। ਆਪਾਂ ਸ਼ਬਦ ਪੜ੍ਹਦੇ ਆ ਨਾ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆ ਨਤੀਜਾ ਆ ਹੈ, ਰਿਜ਼ਲਟ ਆ ਹੈ। ਗੁਰੂ ਦੀ ਪੂਜਾ ਕਰਨਾ ਮਤਲਬ ਗੁਰੂ ਨੂੰ ਸਮਝਣਾ। ਇਹ ਸਿੱਖੋ, ਯਾਦ ਰੱਖਿਓ, ਸ਼ਬਦ ਵਰਤੇ ਗਏ ਹੈ, ਉਹਨਾਂ ਵੇਲਿਆਂ ਦੇ ਸ਼ਬਦ ਲਏ ਗਏ ਹੈ, ਪਰ ਸਾਨੂੰ ਵੇਖਣਾ ਪੈਣਾ ਵੀ ਬਾਬੇ, ਜਿਵੇਂ ਨਾ ਵੇਖਿਓ ਬਾਬੇ ਸ਼ਬਦ ਇੱਕੋ ਹੀ ਹੈ, ਡਰੈਸ, ਪਰ ਵੇਖਣਾ ਪੈਣਾ ਵੀ ਬਾਬੇ ਨਾਨਕ ਦੀ ਡਰੈਸ ਕਿਹੜੀ ਹੈ, ਬਾਬਾ ਕਬੀਰ ਸਾਹਿਬ ਦੀ ਡਰੈਸ ਕਿਹੜੀ ਹੈ, ਉਹਨਾਂ ਵੇਲਿਆਂ ਦੇ ਪੁਜਾਰੀਆਂ ਦੀ ਡਰੈਸ ਕਿਹੜੀ ਹੈ। ਸ਼ਬਦ ਇੱਕੋ ਹੀ ਹੈ, ਡਰੈਸ ਪੁਜਾਰੀ ਦੀ ਡਰੈਸ ਕੀ ਹੈ ਤੇ ਕਬੀਰ ਸਾਹਿਬ ਦੀ ਡਰੈਸ ਕੀ ਹੈ। ਇੱਦਾਂ ਹੀ ਹੈ, ਸ਼ਬਦ ਇੱਕੋ ਹੀ ਹੈ, ਨਰਕ। ਪੁਜਾਰੀ ਨਰਕ ਕਿਹਨੂੰ ਮੰਨਦਾ ਹੈ ਤੇ ਬਾਬਾ ਕਬੀਰ ਸਾਹਿਬ ਨਰਕ ਕਿਹਨੂੰ ਮੰਨਦੇ ਹੈ। ਇੱਦਾਂ ਹੀ ਪੁਜਾਰੀ ਜਿਹੜਾ ਉਹ ਪੂਜਾ ਨੂੰ ਕਿਵੇਂ ਪੇਸ਼ ਕਰਦਾ ਹੈ,
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪੂਜਾ ਨੂੰ ਕਿਵੇਂ ਪੇਸ਼ ਕਰਦੇ ਆ। ਬਸ ਇਹ ਸਮਝਣ ਦੀ ਲੋੜ ਹੈ, ਗੁਰੂ ਨੂੰ ਪੂਜਣਾ ਹੀ, ਗੁਰੂ ਨੂੰ ਸਮਝਣਾ ਹੀ ਗੁਰੂ ਦੀ ਪੂਜਾ ਕਰਨਾ ਹੈ।